Good morning students. Today we will start chapter 8 Cell, the unit of life. And in this chapter we will cover the following topics. What is cell? We will see about cell theory, an overview of cell. Then we will see about prokaryotic and eukaryotic cell. Then cell organelles, we will see about all the cell organelles which I have mentioned. As you know that cell is the smallest unit of living matter. Cell is the smallest unit which is having all the properties of life. ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ there are living and non-living things. We know that ਆਪਣੇ ਮਾਈਂਡ ਦੇ ਵਿੱਚ ਕੁਐਸਚਨ ਆਉਂਦਾ ਹੈ ਕਿ ਲਿਵਿੰਗ ਥਿੰਗਸ ਜਿਹੜੀਆਂ ਨੇ ਉਹ ਲਿਵਿੰਗ ਕਿਉਂ ਨੇ, ਉਹਨਾਂ 'ਚ ਕੀ ਸਪੈਸ਼ਲ ਹੈ। ਸੋ ਉਹਨਾਂ 'ਚ ਕੀ ਸਪੈਸ਼ਲ ਹੈ? ਦੇ ਹੈਵ ਸੈਲਸ। ਆਲ ਆਰਗੈਨਿਜ਼ਮਸ ਆਰ ਕੰਪੋਜ਼ਡ ਆਫ ਸਟਰਕਚਰਲ ਐਂਡ ਫੰਕਸ਼ਨਲ ਯੂਨਿਟਸ ਆਫ ਲਾਈਫ ਕਾਲਡ ਸੈਲ। ਸੋ ਬੇਸਡ ਅਪੋਨ ਸੈਲਸ ਜਿਹੜੇ ਆਰਗੈਨਿਜ਼ਮਸ ਨੇ ਉਹ ਟੂ ਟਾਈਪਸ ਦੇ ਹੁੰਦੇ ਨੇ, ਯੂਨੀਸੈਲੂਲਰ ਐਂਡ ਮਲਟੀ ਸੈਲੂਲਰ। ਠੀਕ ਹੈ। ਸੋ ਜਿਹੜੀ ਸਿੰਗਲ ਸੈਲ ਤੋਂ ਬਣੇ ਨੇ ਲਾਈਕ ਬੈਕਟੀਰੀਆ, ਪ੍ਰੋਟੋਜ਼ੋਆਂਜ਼ਮ, ਆਲਗੀ ਨੂੰ ਆਪਾਂ ਯੂਨੀਸੈਲੂਲਰ ਕਹਿ ਦਿੰਦੇ ਹਾਂ। ਐਂਡ ਜਿਹੜੇ ਮਲਟੀ ਸੈਲੂਲਰ ਮੈਨੀ ਸੈਲਸ ਤੋਂ ਬਣੇ ਨੇ ਲਾਈਕ ਫੰਗੀ, ਪਲਾਂਟਸ ਐਂਡ ਐਨੀਮਲਸ ਇੰਕਲੂਡਿੰਗ ਹਿਊਮਨ ਬੀਇੰਗਸ, ਦੇ ਆਰ ਸੈਡ ਟੂ ਬੀ ਮਲਟੀ ਸੈਲੂਲਰ। ਸੈਲਸ ਦਾ ਸਾਈਜ਼ ਕੋਈ ਸਪੈਸੀਫਿਕ ਸਾਰਿਆਂ ਲਈ ਸੇਮ ਨਹੀਂ ਹੁੰਦਾ, ਸਾਈਜ਼ ਦਾ ਬਹੁਤ ਵੇਰੀ ਕਰਦਾ, ਈਵਨ ਸਟਰਕਚਰ ਵੀ। ਐਂਡ ਜਿਹੜਾ ਸੈੱਲ ਹੈ ਇਹ ਇੱਕ ਸਪੈਸ਼ਲਾਈਜ਼ਡ ਸਟਰਕਚਰ ਹੈ ਐਂਡ ਇਹ ਡਿਫਰੈਂਟ ਫੰਕਸ਼ਨਸ ਕੈਰੀ ਕਰਦਾ ਹੈ। ਠੀਕ ਹੈ। ਸੋ ਇਹਦੇ ਫੰਕਸ਼ਨਸ ਤੇ ਡਿਫਰੈਂਟ ਨੇ, ਬਟ ਜਿਹੜੇ ਇਹਦੀ ਬੇਸਿਕ ਕੰਪੋਨੈਂਟਸ ਨੇ ਸੈੱਲ ਦੇ ਉਹ ਸਾਰਿਆਂ ਦੇ ਸੇਮ ਨੇ। ਸੋ ਆਪਾਂ ਦੇਖਦੇ ਹਾਂ ਕਿਹੜੇ ਕੰਪੋਨੈਂਟਸ ਨੇ ਸੈੱਲ ਦੇ। ਸੋ ਆਲ ਸੈਲਸ ਆਰ ਮੇਡ ਅਪ ਆਫ 3 ਮੇਨ ਥਿੰਗਸ, ਸੈਲ ਮੈਂਬਰੇਨ, ਸਾਈਟੋਪਲਾਜ਼ਮ ਜੋ ਉਹਦੇ ਅੰਦਰ ਹੁੰਦਾ ਸੈਲ ਮੈਂਬਰੇਨ ਲਾਈਕ ਦਿਸ, ਇਹਦੇ ਅੰਦਰ ਕੀ ਹੈ? ਦਿਸ ਇਜ਼ ਸਾਈਟੋਪਲਾਜ਼ਮ। ਠੀਕ ਹੈ। ਐਂਡ ਦੈਨ ਇਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਅੰਦਰ ਇੱਕ DNA ਹੈ, ਨੇਕਡ DNA ਇਨ ਕੇਸ ਆਫ ਪ੍ਰੋਕੈਰੀਓਟ। ਐਂਡ ਜੇ ਆਪਾਂ ਯੂਕੈਰੀਓਟ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਇਹ ਇੱਕ ਵੈਲ ਡਿਜ਼ਾਈਨਡ ਨਿਊਕਲੀਅਰ ਮੈਂਬਰੇਨ ਦੇ ਵਿੱਚ ਇਨਕਲੋਜ਼ਡ ਹੁੰਦਾ ਹੈ। ਠੀਕ ਹੈ। ਦੈਨ ਜਿਹੜੇ ਸੈਲਸ ਹੁੰਦੇ ਨੇ ਬਹੁਤ ਸਮਾਲ ਨੇ, ਇਸ ਕਰਕੇ ਆਪਾਂ ਨੇਕਿਡ ਆਈ ਦੇ ਨਾਲ ਨਹੀਂ ਦੇਖ ਸਕਦੇ, ਉਹਨਾਂ ਨੂੰ ਆਪਾਂ ਵਿਦ ਦ ਹੈਲਪ ਆਫ ਸਪੈਸ਼ਲਾਈਜ਼ਡ ਮਾਈਕਰੋਸਕੋਪਸ ਨਾਲ ਹੀ ਵੇਖ ਸਕਦੇ ਹਾਂ। ਸੋ 2 ਮੇਨ ਟਾਈਪਸ ਆਫ ਮਾਈਕਰੋਸਕੋਪਸ ਹੁੰਦੇ ਨੇ। ਇੱਕ ਲਾਈਟ ਮਾਈਕਰੋਸਕੋਪ ਹੁੰਦਾ ਹੈ ਜਿਹਦੀ ਮੈਗਨੀਫਿਕੇਸ਼ਨ ਰੇਂਜ ਹੁੰਦੀ ਆ 100 ਤੋਂ 1500 ਤੱਕ। ਐਂਡ ਇੱਕ ਜਿਹੜਾ ਆਪਾਂ ਯੂਜ਼ ਕਰਦੇ ਹਾਂ ਫਿਲਹਾਲ ਜਿਹਨੂੰ ਆਪਾਂ ਇਲੈਕਟ੍ਰੋਨ ਮਾਈਕਰੋਸਕੋਪ ਕਹਿ ਦਿੰਦੇ ਹਾਂ, ਇਹਦੀ ਬਹੁਤ ਹਾਈ ਰੈਜ਼ੋਲਿਊਸ਼ਨ, ਹਾਈ ਮੈਗਨੀਫਿਕੇਸ਼ਨ ਹੁੰਦੀ ਹੈ, 1 ਲੱਖ ਤੋਂ 5 ਲੱਖ ਤੱਕ ਰੈਜ਼ੋਲਿਊਸ਼ਨ ਹੁੰਦੀ ਹੈ। ਇਹਦੇ ਵਿੱਚ ਆਪਾਂ ਸੈਲਸ ਨੂੰ ਦੇਖ ਸਕਦੇ ਹਾਂ ਈਜ਼ੀਲੀ। ਜੇ ਆਪਾਂ ਸੈੱਲ ਦੀ ਡਿਸਕਵਰੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1665 ਦੇ ਵਿੱਚ ਰੋਬਰਟ ਹੂਕ ਇੱਕ ਇੰਗਲਿਸ਼ ਸਾਇੰਟਿਸਟ ਸੀ, ਉਹਨੇ ਕੀ ਦੇਖਿਆ ਸੀ? ਇੱਕ ਥਿਨ ਸਲਾਈਸ ਆਫ ਕਾਰਕ ਦੇ ਵਿੱਚ ਉਹਨੇ ਕੁਝ ਸੈਲਸ ਦੇਖੇ ਸੀਗੇ। ਠੀਕ ਹੈ। ਵਿਦ ਦ ਹੈਲਪ ਆਫ ਮਾਈਕਰੋਸਕੋਪ, ਕਰੂਡ ਮਾਈਕਰੋਸਕੋਪ ਜੋ ਸੀਗਾ, ਜੋ ਕਿ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਉਹਨੇ ਕੀ ਦੇਖਿਆ ਸੀ ਕਿ ਇੱਕ ਹਨੀ ਕੌਮ ਲਾਈਕ ਸਟਰਕਚਰ ਉਹਨੂੰ ਵੇਖਣ ਨੂੰ ਮਿਲਿਆ ਸੀਗਾ ਥਿਨ ਸਲਾਈਸ ਆਫ ਕਾਰਕ ਦੇ ਵਿੱਚ। ਠੀਕ ਹੈ। ਕਾਰਕ ਕੀ ਆ? ਇੱਕ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਕਾਰਕ ਹੈ ਇੱਕ ਥਿਨ ਮਤਲਬ ਕਹਿ ਲਓ ਥਿਨ ਸਲਾਈਸ ਆਫ ਜਿਹੜੀ ਇੱਕ ਪਲਾਂਟ ਦੀ ਬਾਰਕ ਹੁੰਦੀ ਹੈ ਨਾ, ਉਹਦੀ ਜਿਹੜੀ ਤਣਾ ਹੁੰਦਾ ਹੈ। ਠੀਕ ਹੈ। ਉਹਨੂੰ ਆਪਾਂ ਕਹਿੰਦੇ ਹਾਂ ਥਿਨ ਸਲਾਈਸ ਆਫ ਕਾਰਕ, ਜੋ ਬਾਰਕ ਆ ਉਹਦੀ। ਹੁਣ ਜਦੋਂ ਉਹਨੇ ਉਹ ਓਬਜ਼ਰਵ ਕੀਤਾ ਮਾਈਕਰੋਸਕੋਪ ਦੇ ਵਿੱਚ, ਉਹਨੇ ਇੱਕ ਹਨੀ ਕੌਮਲੈਕਸ ਸਟਰਕਚਰ ਹੈ, ਛੋਟੇ ਛੋਟੇ ਸੈਲਸ ਦਾ ਸਟਰਕਚਰ ਵੇਖਣ ਨੂੰ ਮਿਲਿਆ। ਠੀਕ ਹੈ। ਸੋ ਉੱਥੋਂ ਸੈਲਸ ਦੀ ਡਿਸਕਵਰੀ ਸਟਾਰਟ ਹੋਈ। ਇਸ ਤੋਂ ਇਲਾਵਾ ਰੋਬਰਟ ਹੂਕ ਨੇ ਜੋ 1665 'ਚ ਸੈੱਲ ਦੀ ਡਿਸਕਵਰੀ ਕੀਤੀ ਸੀ, ਉਸ ਤੋਂ ਇਲਾਵਾ ਇੱਕ ਸਾਇੰਟਿਸਟ ਸੀਗੇ ਐਂਟੋਨੀ ਵੌਨ ਲੀਓਵਨਹੂਕ, ਉਹਨਾਂ ਨੇ 1674 ਦੇ ਵਿੱਚ ਸਭ ਤੋਂ ਪਹਿਲਾਂ ਮਾਈਕਰੋਸਕੋਪ ਜੋ ਸੀਗੀ ਉਹਦੀ ਇਨਵੈਂਸ਼ਨ ਕੀਤੀ, ਉਹਦੇ ਵਿੱਚ ਸਟੱਡੀ ਕਰਨਾ ਸਟਾਰਟ ਕੀਤਾ। ਫਿਰ ਰੋਬਰਟ ਬਰਾਊਨ ਜਿਹੜੇ ਸੀਗੇ ਉਹਨਾਂ ਨੇ ਨਿਊਕਲੀਅਸ ਦੀ ਡਿਸਕਵਰੀ ਕੀਤੀ ਸੈੱਲ ਦੇ ਵਿੱਚ। ਇਸ ਤੋਂ ਬਾਅਦ ਆਪਣੀ ਸੈੱਲ ਥਿਓਰੀ ਆਉਂਦੀ ਹੈ, MJ ਸ਼ੈਲੀਡੀਅਨ ਸਿਚੀਵੌਨ ਨੇ ਇਨ ਬਿਟਵੀਨ 1838-39 ਦੇ ਵਿੱਚ ਬਣਾਈ ਸੀ ਜੋ। ਫਿਰ 1855 'ਚ ਰੋਡਲਫ ਵਿਰਚਿਊ ਨੇ
ਇਹ ਕਿਹਾ ਸੀ ਕਿ ਓਮਨੀ ਸੈਲੂਲਰ दैट मीनस ਜਿਹੜੇ ਸਾਰੇ ਸੈਲਸ ਨੇ ਉਹ ਆਪਣੇ ਪ੍ਰੀਐਗਜ਼ਿਸਟਿੰਗ ਸੈਲਸ ਤੋਂ ਬਣੇ ਨੇ। ਹਰ ਇੱਕ ਲਿਵਿੰਗ ਆਰਗੇਨਿਜ਼ਮ 'ਚ ਸੈਲ ਪ੍ਰੈजेंट है, ठीक है ना। ਜੇ ਆਪਾਂ ਸ਼ੇਪ ਐਂਡ ਸਾਈਜ਼ ਦੀ ਗੱਲ ਕਰੀਏ ਸੋ ਬਹੁਤ ਸਾਰੀ ਵੈਰਾਈਟੀ ਦੇਖਣ ਨੂੰ ਮਿਲਦੀ ਹੈ। ਕਈ ਸੈਲਸ ਨੇ ਜੋ ਆਪਣੀ ਸ਼ੇਪ ਚੇਂਜ ਕਰ ਦਿੰਦੇ ਨੇ ਲਾਈਕ ਅਮੀਬਾ, WBC। ਬਟ ਜਿਹੜੀ ਪਲਾਂਟਸ ਅਤੇ ਐਨੀਮਲਸ ਦੀ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਮੋਸਟਲੀ ਫਿਕਸਡ ਸ਼ੇਪਸ ਹੁੰਦੀਆਂ ਨੇ ਸੈਲਸ ਦੀ। ਸਭ ਤੋਂ ਸਮੋਲੈਸਟ ਸੈੱਲ ਜਿਹੜਾ ਹੈ ਉਹ ਕਿਹੜਾ ਹੈ, PPLO ਮਾਈਕੋਪਲਾਜ਼ਮਾ ਵੀ ਕਹਿ ਦਿੰਦੇ ਹਾਂ। ਸਭ ਤੋਂ ਲਾਰਜੈਸਟ ਸੈੱਲ ਆਸਟ੍ਰਿਚ ਦਾ ਐਗ ਹੈ। ਲੌਂਗੈਸਟ ਐਨੀਮਲ ਸੈੱਲ ਜੀ ਆਪਾਂ ਗੱਲ ਕਰੀਏ ਨਰਵ ਸੈਲਸ ਹੈ, ਠੀਕ ਹੈ। ਥੀਸ ਆਰ ਦ ਵੇਰੀਅਸ ਸਾਈਜ਼ਸ ਆਫ ਅ ਸੈੱਲ। ਸੋ ਸੈੱਲ ਥਿਊਰੀ ਜੋ ਸੀਗੀ ਉਹਦੇ ਅਕੋਰਡਿੰਗ ਆਲ ਆਰਗੇਨਿਜ਼ਮਸ ਆਰ ਕੰਪੋਜ਼ਡ ਆਫ ਵਨ ਔਰ ਮੋਰ ਸੈਲਸ। ਇਹ ਕਿਹਨੇ ਕਿਹਾ ਸੀਗਾ, ਸ਼ਕਿਲੇਡਨ ਐਂਡ ਸਚੇਵਾਨ ਨੇ ਕਿਹਾ ਸੀਗਾ। ਫਿਰ ਸਕੇਲਡਨ ਸਚੇਵਾਨ ਨੇ ਹੋਰ ਇੱਕ ਪੁਆਇੰਟ ਕੀ ਰੱਖਿਆ ਸੀ ਸੈੱਲ ਥਿਊਰੀ ਦੇ ਵਿੱਚ ਕਿ ਦਿਸ ਸੈੱਲ ਇਜ਼ ਦ ਬੇਸਿਕ ਯੂਨਿਟ ਆਫ ਲਾਈਫ ਇਨ ਆਲ ਲਿਵਿੰਗ ਥਿੰਗਸ। ਸਾਰਿਆਂ ਦੇ ਵਿੱਚ ਸੈੱਲ ਹੀ ਬੇਸਿਕ ਯੂਨਿਟ ਆਫ ਲਾਈਫ ਹੈ। ਦੈਨ ਇੱਕ ਸੈੱਲ ਥਿਊਰੀ ਦੇ ਵਿੱਚ ਇੱਕ ਹੋਰ ਪੁਆਇੰਟ ਐਡ ਹੋਇਆ ਜੋ ਵਰਚਿਊ ਨੇ ਦਿੱਤਾ ਸੀਗਾ ਐਂਡ ਉਹ ਕੀ ਕਹਿੰਦਾ ਸੀ, ਆਲ ਸੈਲਸ ਆਰ ਪ੍ਰੋਡਿਊਸਡ ਬਾਈ ਡਿਵੀਜ਼ਨ ਆਫ ਪ੍ਰੀ ਐਗਜ਼ਿਸਟਿੰਗ ਸੈਲਸ, ਠੀਕ ਹੈ। ਸੈਲਸ ਜਿਹੜੇ ਨੇ ਇੱਕ ਸੈੱਲ ਜਿਹੜੇ ਅੱਗੇ ਉਹ ਡਿਵਾਈਡ ਕਰਦਾ ਹੈ ਉਸ ਤੋਂ ਨਿਊ ਸੈਲਸ ਬਣਦੇ ਨੇ। ਸੋ ਦਿਸ ਇਜ਼ ਦ ਬੇਸਿਕ ਕਨਸੈਪਟ ਬਿਹਾਈਂਡ ਸੈੱਲ ਥਿਊਰੀ। ਸੋ ਜੇ ਆਪਾਂ ਸੈੱਲ ਦੇ ਓਵਰਵਿਊ ਦੇ ਵਿੱਚ ਦੇਖੀਏ, ਤੁਸੀਂ 9th ਕਲਾਸ ਦੇ ਵਿੱਚ ਦੇਖ ਕੇ ਆਏ ਸੀਗੇ ਕਿ ਓਨੀਅਨ ਪੀਲ ਜਾਂ ਹਿਊਮਨ ਚੀਕ ਸੈਲਸ, ਜਦੋਂ ਆਪਾਂ ਓਨੀਅਨ ਪੀਲ 'ਚੋਂ ਸੈਲਸ ਜਿਹੜੇ ਮਾਈਕਰੋਸਕੋਪ 'ਚ ਅਬਜ਼ਰਵ ਕਰਦੇ ਹਾਂ, ਇੱਕ ਟਿਪੀਕਲ ਪਲਾਂਟ ਸੈੱਲ ਦਾ ਸਟਰਕਚਰ ਸ਼ੋ ਹੁੰਦਾ ਹੈ ਓਨੀਅਨ ਸੈੱਲ ਦਾ, ਜਿਹਦੀ ਇੱਕ ਸਪੈਸੀਫਿਕ ਸੈੱਲ ਵਾਲ ਹੁੰਦੀ ਹੈ, ਬਾਉਂਡਰੀ ਹੁੰਦੀ ਹੈ ਐਂਡ ਸੈੱਲ ਮੈਂਬਰੇਨ ਹੁੰਦੀ ਹੈ ਨਾ। ਸੋ ਉਹਦੇ ਅੰਦਰ ਇੱਕ ਡੈਂਸ ਮੈਂਬਰੇਨ ਬਾਉਂਡ ਸਟਰਕਚਰ ਜਿਹਨੂੰ ਆਪਾਂ ਨਿਊਕਲੀਅਸ ਕਹਿ ਦਿੰਦੇ ਉਹ ਪ੍ਰੈਜ਼ੈਂਟ ਹੁੰਦਾ ਹੈ। ਦੈਨ ਉਸ ਨਿਊਕਲੀਅਸ ਦੇ ਵਿੱਚ ਕ੍ਰੋਮੋਜ਼ੋਮਸ ਹੁੰਦੇ ਨੇ। ਕ੍ਰੋਮੋਜ਼ੋਮਸ ਕੀ ਕੈਰੀ ਕਰਦੇ ਨੇ, ਦੇ ਕੰਟੇਨ ਜੈਨੇਟਿਕ ਮਟੀਰੀਅਲ DNA, ਠੀਕ ਹੈ। ਸੋ ਜਿਹੜੇ ਸੈਲਸ ਦੇ ਵਿੱਚ ਮੈਂਬਰੇਨ ਬਾਉਂਡ ਨਿਊਕਲੀਆਈ ਹੁੰਦੀ ਹੈ ਉਹਨਾਂ ਨੂੰ ਆਪਾਂ ਯੂਕੈਰੀਓਟਿਕ ਕਹਿ ਦਿੰਦੇ ਹਾਂ, ਅਤੇ ਜਿਨ੍ਹਾਂ ਦੇ ਵਿੱਚ ਮੈਂਬਰੇਨ ਬਾਉਂਡ ਨਿਊਕਲੀਅਸ ਨਹੀਂ ਹੁੰਦਾ ਉਹਨੂੰ ਆਪਾਂ ਪ੍ਰੋਕੈਰੀਓਟਿਕ ਸੈੱਲ ਕਹਿ ਦਿੰਦੇ ਹਾਂ, ਠੀਕ ਹੈ। ਅਦਰ ਦੈਨ ਦਿਸ ਜੇ ਆਪਾਂ ਇੱਕ ਬੇਸਿਕਲੀ ਇੱਕ ਸੈੱਲ ਦੀ ਗੱਲ ਕਰੀਏ, ਸੈੱਲ ਦੇ ਕੋਲ ਇੱਕ ਸੈੱਲ ਬਾਉਂਡਰੀਜ਼ ਹੁੰਦੀਆਂ ਨੇ, ਜਿਵੇਂ ਮੈਂ ਹੁਣੇ ਕਿਹਾ ਸੈੱਲ ਵਾਲ ਐਂਡ ਸੈੱਲ ਮੈਂਬਰੇਨ। ਐਂਡ ਅਦਰ ਦੈਨ ਦਿਸ ਜੇ ਆਪਾਂ ਸੈੱਲ ਦੇ ਵਿੱਚ ਇੱਕ ਪ੍ਰੋਟੋਪਲਾਜ਼ਮ ਹੁੰਦਾ। ਪ੍ਰੋਟੋਪਲਾਜ਼ਮ ਦਾ ਮਤਲਬ ਕੀ ਹੁੰਦਾ, ਅਜੇ ਤੱਕ ਬਹੁਤ ਈਵਨ ਕਈ ਬੱਚੇ +2 ਕਲਾਸ 'ਚ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਆਹ ਟਰਮ ਕਲੀਅਰ ਨਹੀਂ ਹੁੰਦੀ ਕਿ ਪ੍ਰੋਟੋਪਲਾਜ਼ਮ ਹੁੰਦਾ ਕੀ ਹੈ, ਠੀਕ ਹੈ। ਸੋ ਪ੍ਰੋਟੋਪਲਾਜ਼ਮ ਕੀ ਹੈ, ਸਾਈਟੋਪਲਾਜ਼ਮ ਪਲੱਸ ਨਿਊਕਲੀਅਸ, ਇਹਨੂੰ ਆਪਾਂ ਕੀ ਕਹਾਂਗੇ, ਪ੍ਰੋਟੋਪਲਾਜ਼ਮ। ਜਿਵੇਂ ਆਹ ਸੈੱਲ ਹੈ, ਠੀਕ ਹੈ। ਸੈੱਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਦਿਸ ਇਜ਼ ਨਿਊਕਲੀਅਸ ਐਂਡ ਜਿਹੜਾ ਇਹਦਾ ਸਰਾਊਂਡਿੰਗ ਦਾ ਜੋ ਏਰੀਆ ਹੈ, ਇਹ ਸਰਾਊਂਡਿੰਗ ਦਾ ਜੋ ਸਾਰਾ ਏਰੀਆ ਦੇ ਵਿੱਚ ਕੀ ਸਾਈਟੋਪਲਾਜ਼ਮ ਹੈ। ਸੋ ਇਹ ਦੋਨੇ ਚੀਜ਼ਾਂ ਮਿਲਾ ਕੇ ਪ੍ਰੋਟੋਪਲਾਜ਼ਮ ਟਰਮ ਆਪਾਂ ਯੂਜ਼ ਕਰਦੇ ਹਾਂ, ਸਾਈਟੋਪਲਾਜ਼ਮ ਪਲੱਸ ਨਿਊਕਲੀਅਸ। ਸੈੱਲ ਦੇ ਵਿੱਚ ਆਹ ਸਾਰਾ ਕੁਛ ਇੱਕ ਬੇਸਿਕ ਸੈੱਲ ਦੀ ਰਿਕੁਆਇਰਮੈਂਟ ਹੈ, ਚਾਹੇ ਜਿਹੜੇ ਮਰਜ਼ੀ ਆਰਗੇਨਿਜ਼ਮ ਦਾ ਸੈੱਲ ਹੋਵੇ, ਠੀਕ ਹੈ। ਸੋ ਸਾਈਟੋਪਲਾਜ਼ਮ ਅੱਗੇ ਜਾ ਕੇ ਸਾਈਟੋਪਲਾਜ਼ਮ ਦੇ ਵਿੱਚ ਆਹ ਸਾਰਾ ਕੁਛ ਆ ਜਾਂਦਾ, ਸੈਲੂਲਰ ਆਰਗੇਨੇਲੀਜ਼ ਆ ਜਾਂਦੀਆਂ ਨੇ, ਵੈਕਿਊਲਸ ਆ ਜਾਂਦੇ ਨੇ, ਸਾਈਟੋਪਲਾਜ਼ਮ ਇਨਕਲੂਜਨਸ ਆ ਜਾਂਦੀਆਂ ਨੇ। ਇਹਨਾਂ ਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ ਹੁਣ ਸਾਰਿਆਂ ਬਾਰੇ। ਅਤੇ ਜੇ ਆਪਾਂ ਸੈਲੂਲਰ ਆਰਗੇਨੇਲੀਜ਼ ਦੀ ਗੱਲ ਕਰੀਏ, ਬੇਸਡ ਅਪੋਨ ਮੈਂਬਰੇਨ, ਇਹ ਮੈਂਬਰੇਨ ਬਾਉਂਡ ਹੁੰਦੀਆਂ ਨੇ ਅਤੇ ਮੈਂਬਰੇਨ ਲੈਸ ਵੀ ਹੁੰਦੀਆਂ ਨੇ। ਕਈਆਂ 'ਚ ਮੈਂਬਰੇਨ ਪ੍ਰੈਜ਼ੈਂਟ, ਕਈਆਂ 'ਚ ਮੈਂਬਰੇਨ ਪ੍ਰੈਜ਼ੈਂਟ ਨਹੀਂ ਹੈ। ਸੋ ਜਿਵੇਂ ਮਾਈਟੋਕੌਂਡਰੀਆ, ਪਲਾਸਟਿਡ, ਇਹਨਾਂ 'ਚ ਡਬਲ ਮੈਂਬਰੇਨ ਹੁੰਦਾ ਹੈ। ਐਂਡੋਪਲਾਜ਼ਮਿਕ ਰੈਟੀਕੂਲਮ, ਗੋਲਗੀ ਬੋਡੀਜ਼, ਲਾਈਸੋਜ਼ੋਮ, ਇਹਨਾਂ 'ਚ ਸਿੰਗਲ ਮੈਂਬਰੇਨ ਹੁੰਦਾ ਹੈ। ਅਗਰ ਆਪਾਂ ਮੈਂਬਰੇਨ ਲੈਸ ਆਰਗੇਨੇਲੀਜ਼ ਦੀ ਗੱਲ ਕਰੀਏ ਉਹਦੇ ਵਿੱਚ ਰਾਈਬੋਜ਼ੋਮਸ ਅਤੇ ਸੈਂਟਰੋਜ਼ੋਮਸ ਆ ਜਾਂਦੇ ਨੇ, ਠੀਕ ਹੈ।